ਸਿੱਖ ਰਹਿਤ ਮਰਜ਼ਾਦਾ ਦੀ ਵਿਚਾਰ ਕਰਦਿਆਂ ਆਪਾਂ ਜੋ ਅਰਦਾਸ ਦਾ ਸਰੂਪ ਹੈ ਉਹਦੀ ਵਿਚਾਰ ਦੀ ਸਾਂਝ ਕਰ ਰਹੇ ਹਾਂ। ਅਰਦਾਸ ਦੇ ਜੋ ਬੰਦ ਨੇ ਉਹਨਾਂ ਵਿੱਚੋਂ ਦੋ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਅਰਦਾਸ ਦਾ ਤੀਸਰਾ ਬੰਦ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਜਿਹੜਾ ਇੱਥੋਂ ਆਰੰਭ ਹੁੰਦਾ ਹੈ। ਉਸ ਤੋਂ ਪਹਿਲਾਂ ਸਿੱਖ ਰਹਿਤ ਮਰਜ਼ਾਦਾ ਜਾਂ ਜੋ 10 ਨੰਬਰ ਪੇਜ ਹੈ, ਜਿਸ ਦੇ ਉੱਪਰ ਅਰਦਾਸ ਦੇ ਦੋ ਬੰਦ ਮੁਕੰਮਲ ਹੁੰਦੇ ਨੇ, ਉਸ ਪੇਜ ਦੇ ਥੱਲੇ ਦੋ ਪੈਰ ਟੂਕਾਂ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਇੱਕ ਦਾ ਵਿਚਾਰ ਮੈਂ ਆਪ ਜੀ ਨਾਲ ਕਰ ਚੁੱਕਿਆ। ਜਿਹੜਾ ਦੂਸਰਾ ਪੁਆਇੰਟ ਹੈ, ਇਹ ਅਰਦਾਸ ਦਾ ਨਮੂਨਾ ਹੈ। ਜਿਹੜੀ ਅਰਦਾਸ ਦੀ ਵਿਚਾਰ ਹੋ ਰਹੀ ਹੈ, ਜਿਹੜੀ ਅਰਦਾਸ ਦਰਜ ਹੈ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ, ਉਹਦੇ ਪ੍ਰਥਾਏ ਇੱਕ ਨੋਟ ਦਿੱਤਾ ਹੋਇਆ। ਪ੍ਰਥਮ ਭਗਉਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਇਹ ਸਿੱਖ ਰਹਿਤ ਮਰਜ਼ਾਦਾ ਦੇ ਅੰਦਰ ਦਰਜ ਉਸ ਸਮੇਂ ਦੇ ਮੁਤਾਬਕ ਜਿਵੇਂ ਫੈਸਲਾ ਹੋਇਆ ਹੈ, ਇਹ ਪੰਥਕ ਫੈਸਲਾ ਹੈ। ਫਿਰ ਦੁਹਰਾ ਦਿਆਂ ਕਿ ਜਿਹੜੀ ਅਰਦਾਸ ਰਹਿਤ ਮਰਜ਼ਾਦਾ ਵਿੱਚ ਲਿਖੀ ਗਈ ਹੈ, ਇਹ ਅਰਦਾਸ ਦਾ ਨਮੂਨਾ ਹੈ। ਪ੍ਰਥਮ ਭਗਉਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਭਾਵ ਕੋਈ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਇਹਨਾਂ ਦੋ ਚੀਜ਼ਾਂ ਵਿੱਚ ਤਬਦੀਲੀ ਨਹੀਂ ਕਰ ਸਕਦਾ। ਉਸ ਤੋਂ ਬਿਨਾਂ ਅਰਦਾਸ ਵਿੱਚ ਕਈ ਅਰਦਾਸੀਏ ਗੁਰੂ ਕੇ ਪਿਆਰ ਵਾਲੇ ਕੁਝ ਹੋਰ ਲਫ਼ਜ਼ ਵੀ ਵਰਤਦੇ ਨੇ, ਜਿਵੇਂ ਜਿਨ੍ਹਾਂ ਮੀਰ ਮੰਨੋ ਦੀ ਜੇਲ੍ਹ ਵਿੱਚ ਸਵਾ ਮਣ ਦੇ ਪੀਸਣ ਪੀਸੇ ਤੇ ਆਦਿਕ ਹੋਰ ਸ਼ਹੀਦਾਂ ਨੂੰ ਯਾਦ ਕਰਦੇ ਨੇ। ਪਰ ਮੁੱਖ ਰੂਪ ਦੇ ਵਿੱਚ ਦਾਸ ਜੋ ਆਪਣੀ ਸਮਝ ਮੁਤਾਬਕ ਬੇਨਤੀ ਕਰੇ, ਜਿੰਨੀ ਕੁ ਅਰਦਾਸ ਪੰਥ ਨੇ ਪ੍ਰਮਾਣਿਤ ਰੂਪ ਦੇ ਵਿੱਚ ਸਿੱਖ ਰਹਿਤ ਮਰਜ਼ਾਦਾ ਵਿੱਚ ਦਰਜ ਕੀਤੀ ਹੈ, ਆਪਾਂ ਨੂੰ ਓਨੀ ਹੀ ਕਰਨੀ ਚਾਹੀਦੀ ਹੈ, ਕਿਉਂਕਿ ਏਕਤਾ ਬਣੀ ਰਹੇ। ਸਾਡੀ ਅਰਦਾਸ ਦਾ ਸਰੂਪ ਇੱਕ ਰਵੇ ਕਿ ਕਿਸੇ ਤਰ੍ਹਾਂ ਦੀ ਦੁਬਿਧਾ ਨਾ ਬਣ ਸਕੇ। ਸੋ ਜੋ ਤੀਸਰਾ ਬੰਦ ਹੈ ਅਰਦਾਸ ਦਾ, ਜਿਸ ਤੋਂ ਆਪਾਂ ਵਿਚਾਰ ਸ਼ੁਰੂ ਕਰਨੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਅਰਦਾਸ ਦਾ ਤੀਸਰਾ ਪਦ ਹੈ, ਤੀਸਰਾ ਬੰਦ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਦੇ ਵਾਸਤੇ ਜਿਨ੍ਹਾਂ ਵੀ ਸਿੰਘਾਂ ਸਿੰਘਣੀਆਂ ਨੇ ਆਪਣੇ ਸੀਸ ਕੁਰਬਾਨ ਕੀਤੇ, ਸਮੁੱਚੇ ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਦਾਂ ਦਾ ਜ਼ਿਕਰ ਹੈ। ਤੇ ਮੁੱਖ ਰੂਪ ਦੇ ਵਿੱਚ ਜਿਹੜੇ ਸ਼ਹੀਦ ਇਤਿਹਾਸ ਦੇ ਪੰਨਿਆਂ ਤੇ
ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਇਤਿਹਾਸ ਚਮਕਦਾ ਹੈ। ਕੁਝ ਕੁ ਸ਼ਹੀਦਾਂ ਦਾ ਜ਼ਿਕਰ ਇਸ ਬੰਦ ਦੇ ਵਿੱਚ ਕੀਤਾ ਗਿਆ ਹੈ। ਉਂਝ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਤੋਂ ਭਾਵ ਹੈ ਕਿ ਗੁਰੂ ਕਾਲ ਦੇ ਸਮੇਂ ਤੋਂ ਲੈ ਕੇ ਜਦੋਂ ਵੀ ਧਰਮ ਦੇ ਵਾਸਤੇ ਕੁਰਬਾਨ ਹੋਣਾ ਪਿਆ, ਮਜ਼ਲੂਮ ਦੀ ਰੱਖਿਆ ਵਾਸਤੇ ਆਪਾ ਵਾਰਨਾ ਪਿਆ, ਜਿਨ੍ਹਾਂ ਵੀ ਮੁੱਢਲੇ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜਿੰਨੇ ਵੀ ਸ਼ਹੀਦ ਨੇ ਜਾਂ ਸਿੰਘ ਨੇ ਸਿੰਘਣੀਆਂ ਨੇ, ਉਹ ਸਾਰਿਆਂ ਦਾ ਇਹਦੇ ਵਿੱਚ ਜ਼ਿਕਰ ਆਇਆ। ਬੰਦ ਬੰਦ ਕਟਾਏ, ਬੰਦ ਬੰਦ ਕਿਹਦਾ ਕਟਿਆ ਗਿਆ? ਉਹ ਮਹਾਨ ਆਤਮਾ ਭਾਈ ਸਾਹਿਬ ਭਾਈ ਮਨੀ ਸਿੰਘ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਔਰ ਕੱਲਾ ਇਹਨਾਂ ਦਾ ਬੰਦ ਨਹੀਂ ਕੱਟਿਆ ਗਿਆ, ਇਹਨਾਂ ਦੀ ਕੁਲ ਦੇ ਸ਼ਹੀਦਾਂ ਦੀ ਲੜੀ ਬਹੁਤ ਲੰਬੀ ਹੈ। ਇਹਨਾਂ ਦੇ ਪੁੱਤਰ ਸ਼ਹੀਦ ਨੇ, ਇਹਨਾਂ ਦਾ ਪਿਓ ਦਾਦਾ ਸ਼ਹੀਦ ਹੈ, ਇਹਨਾਂ ਦੇ ਭਤੀਜੇ ਪੋਤਰੇ ਸ਼ਹੀਦ ਨੇ। ਬੜੀ ਲੰਬੀ ਦਾਸਤਾਨ ਹੈ। ਆਪਾਂ ਕਦੀ, ਮੇਰਾ ਵਿਚਾਰ ਹੈ ਵੀ ਜਦੋਂ ਅਰਦਾਸ ਦਾ ਕਥਾ ਵਿਚਾਰ ਮੁਕੰਮਲ ਹੋਵੇਗੀ, ਉਸ ਤੋਂ ਬਾਅਦ ਵਿੱਚ ਆਪਾਂ ਬਹੁਤ ਵਿਸਥਾਰ ਨਾਲ ਅਰਦਾਸ ਨੂੰ ਵਿਚਾਰਾਂਗੇ, ਕਿਉਂਕਿ ਇੱਕ ਇੱਕ ਪਦ ਦੇ ਵਿੱਚ 10-10 ਇਤਿਹਾਸਕ ਹਵਾਲਿਆਂ ਦਾ ਜ਼ਿਕਰ ਆਉਂਦਾ ਹੈ। ਸੋ ਮੈਂ ਸੰਖੇਪ ਗੱਲ ਰੱਖਣੀ ਚਾਹੁੰਦਾ ਕਿ ਮਹਾਨ ਸ਼ਹੀਦ ਭਾਈ ਮਨੀ ਸਿੰਘ, ਜਿਹਦਾ ਲਾਹੌਰ ਨਖਾਸ ਖਾਨ ਦੇ ਚੌਂਕ ਦੇ ਵਿੱਚ ਬਿਠਾ ਕੇ ਬੰਦ ਕੱਟਿਆ ਗਿਆ, ਸੰਖੇਪ ਜਿਹਾ ਜ਼ਿਕਰ ਕਰਦੇ ਹਾਂ। ਅੱਜ ਥੋੜੇ ਦਿਨਾਂ ਨੂੰ ਸਿੱਖ ਨੇ ਬੰਦੀ ਛੋੜ ਦਿਵਸ ਮਨਾਇਆ ਜਾਣਾ ਹੈ, ਗੁਰਦੁਆਰਿਆਂ ਦੇ ਵਿੱਚ ਮਨਾਉਣਾ ਹੈ। ਜਿੱਥੇ 6ਵੇਂ ਪਾਤਸ਼ਾਹ ਦੀ ਗਵਾਲੀਅਰ ਦੇ ਕਿਲੇ ਤੋਂ ਰਿਹਾਈ ਦਾ ਸੰਬੰਧ ਜੋੜ ਕੇ ਆਪਾਂ ਵਿਚਾਰ ਕਰ ਰਹੇ ਹਾਂ ਸਮੇਂ ਦੇ ਵਿੱਚ, ਅੱਜ ਕੱਲ੍ਹ ਸਮੇਂ ਦੇ ਵਿੱਚ, ਜਾਂ ਜਿਵੇਂ ਰਵਾਇਤ ਚੱਲੀ ਆ ਰਹੀ ਹੈ, ਉਹਦੇ ਵਿੱਚ ਇਹ ਵੀ ਇੱਕ ਬੜੀ ਮੁੱਖ ਗੱਲ ਹੈ ਕਿ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਕਾਰਨ ਕੀ ਬਣਿਆ। ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸਿੱਖ ਪੰਥ ਦੀ ਇਕੱਤਰਤਾ ਵਾਸਤੇ ਇਹੋ ਹੀ ਬੰਦੀ ਛੋੜ ਦਿਵਸ ਦਾ ਦਿਨ ਮੁਕਰਰ ਕੀਤਾ ਕਿ ਸਾਰਾ ਸਿੱਖ ਪੰਥ ਇਕੱਠਾ ਹੋਵੇ, ਬੈਠ ਕੇ ਵਿਚਾਰਾਂ ਕੀਤੀਆਂ ਜਾ ਸਕਣ, ਪੰਥ ਦੀ ਭਲਾਈ ਲਈ ਵਿਚਾਰ ਹੋ ਸਕੇ, ਉਸ ਸਮੇਂ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ ਕਿਹਾ ਕਿ ਤੁਹਾਨੂੰ ਇੱਥੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਤੁਹਾਨੂੰ ਕਰ ਵਜੋਂ 5000 ਟਕਾ ਜਿਹੜਾ ਹੈ ਉਹ ਉਤਾਰਨਾ ਪਏਗਾ। 5000 ਰੁਪਏ ਦੀ ਵਿਚਾਰ ਹੋਈ। ਭਾਈ ਸਾਹਿਬ ਜੀ ਨੇ ਸੋਚਿਆ ਕਿ ਜਦੋਂ ਸਿੱਖ ਸੰਗਤਾਂ ਆਉਣਗੀਆਂ ਮਾਇਆ ਤੇ ਆਈ ਜਾਏਗੀ, ਪਰ ਸਿੱਖਾਂ ਨੂੰ ਇਕੱਠਿਆਂ ਬਿਠਾ ਕੇ ਪੰਥ ਦੇ ਭਵਿੱਖ ਵਾਸਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਇਸ ਲਈ ਇਹ ਪ੍ਰਵਾਨ ਕੀਤਾ ਗਿਆ। ਪਰ ਜਦੋਂ ਜ਼ਕਰੀਆ ਖਾਨ ਦੀ ਨੀਅਤ ਬਦ ਨੀਅਤ ਹੋਈ, ਉਸਨੇ ਇੱਕ ਪਾਸੇ ਤੇ ਇਜਾਜ਼ਤ ਦੇ ਦਿੱਤੀ, ਦੂਸਰੇ ਪਾਸੇ ਰਾਮ ਤੀਰਥ ਦੇ ਸਥਾਨ ਤੇ ਫੌਜਾਂ ਭੇਜ ਦਿੱਤੀਆਂ ਕਿ ਜਦੋਂ ਸਿੱਖ ਇਸ ਦਿਨ ਤੇ ਇਕੱਠੇ ਹੋਣਗੇ ਤੇ ਸਾਰੀ ਫੌਜ ਇਕੱਠੀ ਹਮਲਾ ਕਰਕੇ ਸਾਰਿਆਂ ਸਿੱਖਾਂ ਨੂੰ ਮਾਰ ਦੇਵੇਗੀ, ਕਿਉਂਕਿ ਜੰਗਲਾਂ ਬੇਲਿਆਂ ਦੇ ਵਿੱਚ ਕੱਲੇ ਨੂੰ ਲੱਭਣਾ ਬੜੀ ਮਸ਼ੱਕਤ ਕਰਨੀ ਪੈਂਦੀ ਹੈ ਫੌਜਾਂ ਨੂੰ। ਇਹ ਜਿਹੜਾ ਮੌਕਾ ਹੈ ਇਹ ਕਿਤੇ ਦੁਬਾਰਾ ਨਹੀਂ ਮਿਲਣਾ। ਖੈਰ, ਭਾਈ ਮਨੀ ਸਿੰਘ ਨੂੰ ਵੀ ਪਤਾ ਲੱਗ ਗਿਆ। ਉਹਨਾਂ ਨੇ ਸਿੱਖਾਂ ਦੇ ਕੋਲੋਂ ਸੰਦੇਸ਼ੇ ਭੇਜ ਦਿੱਤੇ ਕਿ ਇਕੱਠ ਨਾ ਹੋ ਸਕੇ, ਪਰ ਫਿਰ ਵੀ ਸਾਰਿਆਂ ਤੱਕ ਪਹੁੰਚਣਾ ਜਿਹੜਾ ਉਹ ਅਸੰਭਵ ਸੀ। ਇਸ ਲਈ ਫਿਰ ਵੀ ਚੋਖਾ ਇਕੱਠ ਹੋ ਗਿਆ। ਉੱਥੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਿੱਖ ਵੀ ਸ਼ਹੀਦ ਹੋਏ, ਇਸ਼ਨਾਨ ਕਰਕੇ ਨਿਕਲੇ ਪਰਿਕਰਮਾ ਵਿੱਚ ਸ਼ਹੀਦ ਹੋਏ। ਇਹ ਸਾਰਾ ਕੁਝ ਹੋਣ ਤੋਂ ਬਾਅਦ ਵਿੱਚ ਜ਼ਕਰੀਆ ਖਾਨ ਨੇ ਸੰਦੇਸ਼ਾ ਭੇਜਿਆ ਕਿ ਤੁਸੀਂ ਕਰ ਰੂਪ ਵਿੱਚ ਜਿਹੜਾ ਧਨ ਦੇਣਾ ਹੈ ਹਕੂਮਤ ਨੂੰ, ਉਹ ਭੇਜ ਦਿੱਤਾ ਜਾਏ। ਭਾਈ ਮਨੀ ਸਿੰਘ ਨੇ ਕਿਹਾ ਕਿ ਇਹ ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੈ ਕਿ ਇੱਕ ਤੇ ਤੁਸੀਂ ਇਕੱਠ ਨਹੀਂ ਹੋਣ ਦਿੱਤਾ, ਦੂਸਰਾ ਇਕੱਠੇ ਹੋਏ ਸਿੱਖਾਂ ਦਾ ਤੁਸੀਂ ਕਤਲੇਆਮ ਕੀਤਾ ਤੇ ਫਿਰ ਤੁਸੀਂ ਟੈਕਸ ਮੰਗਦੇ ਹੋ। ਇਹ ਕਦੀ ਵੀ ਨਹੀਂ ਦਿੱਤਾ ਜਾ ਸਕਦਾ।
ਇਹ ਕਾਰਨ ਸੀ ਕਿ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਅੰਮ੍ਰਿਤਸਰ ਸਾਹਿਬ ਤੋਂ ਹੋਈ ਤੇ ਬਾਅਦ ਵਿੱਚ ਇਸੇ ਕਾਰਨਾਂ ਦਾ ਕਰਕੇ ਉਹਨਾਂ ਨੂੰ ਜਦੋਂ ਯਤਨ ਕੀਤਾ ਗਿਆ ਕਿ ਇਹ ਸਿੱਖਾਂ ਦਾ ਇੱਕ ਬਜ਼ੁਰਗ ਆਗੂ, ਗੁਰੂ ਕਾ ਪ੍ਰੇਮ, ਬਹੁਤ ਪ੍ਰੇਮ ਪਿਆਰ ਵਾਲਾ ਸਿੱਖ ਹੈ, ਇਹਨੂੰ ਅਸੀਂ ਮੁਸਲਮਾਨ ਬਣਾ ਲਈਏ, ਈਨ ਮਨਾ ਲਈਏ। ਜਦੋਂ ਭਾਈ ਮਨੀ ਸਿੰਘ ਆਪਣੇ ਨਿਸ਼ਚੇ ਤੇ ਦ੍ਰਿੜ ਹੈ ਤੇ ਇਹਦੇ ਵਾਸਤੇ ਕਾਜ਼ੀਆਂ ਫਤਵਾ ਲਾਇਆ ਕਿ ਇਸ ਸਿੱਖ ਦਾ ਬੰਦ ਕੱਟ ਦਿੱਤਾ ਜਾਏ। ਔਰ ਜਦੋਂ ਇਹ ਫਤਵਾ ਲੱਗਿਆ ਭਾਈ ਮਨੀ ਸਿੰਘ ਨੇ ਪ੍ਰਵਾਨ ਕੀਤਾ ਔਰ ਗੁਰੂ ਕੇ ਪਿਆਰ ਵਿੱਚ ਇਹ ਗੁਰੂ ਕਾ ਮਹਾਨ ਸਿੱਖ 1734 ਈਸਵੀ ਦਾ ਜ਼ਿਕਰ ਹੈ, ਜਦੋਂ ਲਾਹੌਰ ਦੀ ਧਰਤੀ ਤੇ ਨਖਾਸ ਖਾਂ ਦੇ ਚੌਂਕ ਵਿੱਚ ਬੰਦ ਕਟਵਾ ਕੇ ਆਪਾ ਕੁਰਬਾਨ ਕਰ ਗਿਆ। ਸੋ ਉਹਨਾਂ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੀ ਲੜੀ ਵਿੱਚ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਦਾ ਜ਼ਿਕਰ ਆਇਆ, ਜਿਨ੍ਹਾਂ ਬੰਦ ਕਟਾਏ। ਖੋਪਰੀਆਂ ਲੋਹਾਈਆਂ, ਖੋਪਰੀਆਂ ਲਾਹਾਉਣ ਵਾਲੇ ਉਹ ਮਹਾਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ, ਜਿਹਦੀ ਖੋਪਰੀ ਤੇ ਲਾ ਦਿੱਤੀ ਗਈ ਪਰ ਕਦੀ ਕੇਸ ਕਟਾਉਣੇ ਪ੍ਰਵਾਨ ਨਾ ਕੀਤੇ। ਉਸ ਮਹਾਨ ਸ਼ਹੀਦ ਨੂੰ ਸਿੱਖ ਪੰਥ ਨੇ ਅਭਿਨੰਦਨ ਦਾ ਹਿੱਸਾ ਬਣਾਇਆ ਕਿ ਜਿਸ ਮਹਾਨ ਸਿੱਖ ਨੇ ਕੇਸ ਨਾ ਕਟਾਣੇ ਔਰ ਈਨ ਮੰਨਣੀ ਨਾ ਪ੍ਰਵਾਨ ਕਰਦਿਆਂ ਆਪਣੀ ਖੋਪਰੀ ਲੋਹਾਈ। ਇਹ 1745 ਦਾ ਜ਼ਿਕਰ ਹੈ ਔਰ ਇਸ ਸਿੱਖ ਦੇ ਸਮੇਂ ਵੀ ਸਜ਼ਾ ਦੇਣ ਵਾਲਾ ਜ਼ਕਰੀਆ ਖਾਨ ਹੀ ਲਾਹੌਰ ਦਾ ਹੈ। ਤੇ ਇਹ ਗੱਲ ਵੱਖਰੀ ਹੈ ਕਿ ਖੋਪਰੀ ਲੱਥਣ ਤੋਂ ਬਾਅਦ ਵਿੱਚ ਸਿੱਖ ਇਤਿਹਾਸ ਲਿਖਦਾ ਹੈ ਕਿ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਜਦੋਂ ਕਾਫੀ ਦਿਨ ਬਹੁਤ ਮੁਸ਼ਕਲ ਦੇ ਵਿੱਚ ਰਿਹਾ, ਵੈਦ ਹਕੀਮ ਜਵਾਬ ਦੇ ਗਏ ਤੇ ਭਾਈ ਸੁਬੇਗ ਸਿੰਘ ਦੇ ਰਾਹੀਂ ਖਾਲਸੇ ਪੰਥ ਤੱਕ ਪਹੁੰਚ ਕੀਤੀ ਕਿ ਮੈਂ ਸਿੱਖ ਦੀ ਖੋਪਰੀ ਲਾਈ ਹੈ ਤੇ ਮੇਰਾ ਮਨ ਕਹਿੰਦਾ ਹੈ ਕਿ ਐਸਾ ਜਿਹੜਾ ਜ਼ੁਲਮ ਹੈ, ਅੱਤ ਦਾ ਘੋਰ ਪਾਪ ਮੈਂ ਕੀਤਾ ਹੈ, ਇਹ ਮੈਨੂੰ ਤਾਂ ਸ਼ਾਇਦ ਕੋਈ ਸਜ਼ਾ ਮਿਲ ਰਹੀ ਹੈ, ਹੁਣ ਮੇਰਾ ਕੋਈ ਉਪਾਅ ਕੀਤਾ ਜਾਵੇ। ਉਦੋਂ ਪੰਥ ਨੇ ਇੱਕ ਵਿਚਾਰ ਸੁਝਾਈ, ਕਹਿਣ ਲੱਗੇ ਜੇ ਆਪਣਾ ਬਚਾਅ ਚਾਹੁੰਦਾ ਹੈ, ਸਿੱਖ ਇਤਿਹਾਸ ਵਿੱਚ ਲਿਖਿਆ ਤੇ ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਇਹਦੇ ਸਿਰ ਵਿੱਚ ਮਾਰਿਆ ਜਾਏ ਤੇ ਜਿਉਂ-ਜਿਉਂ ਮਾਰਿਆ ਜਾਏਗਾ ਤੇ ਇਹਦੀ ਤਕਲੀਫ ਜਿਹੜੀ ਹੈ ਉਹ ਠੀਕ ਹੋਵੇਗੀ। ਐਸਾ ਹੋਇਆ। ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਜਿਉਂ-ਜਿਉਂ ਸਿਰ ਵਿੱਚ ਮਾਰਿਆ ਗਿਆ, ਇਹਦਾ ਕੁਝ ਨਾ ਕੁਝ ਜੋ ਮੁਸ਼ਕਲ ਸੀ, ਜੋ ਪਿਸ਼ਾਬ ਹੈ ਉਹ ਖੁੱਲਿਆ। ਪਰ ਜਦੋਂ ਸਿਰ ਵਿੱਚ ਵੱਜਦੀਆਂ ਨੇ, ਸਿੱਖ ਇਤਿਹਾਸ ਵਿੱਚ ਲਿਖਿਆ ਕਿ 21 ਦਿਨ ਲਗਾਤਾਰ ਇਹਦੇ ਸਿਰ ਵਿੱਚ ਭਾਈ ਤਾਰੂ ਸਿੰਘ ਦਾ ਜੋੜਾ ਵੱਜਦਾ ਰਿਹਾ, ਪਰ 22ਵੇਂ ਦਿਨ ਅਖੀਰ ਸਿਰ ਸੀ ਇਹ ਵੀ ਇੱਥੋਂ ਕਾਲਵਸ ਹੋ ਗਿਆ। ਆਪਣੇ ਜ਼ੁਲਮਾਂ ਦੀ ਪੰਡ ਸਿਰ ਤੇ ਲੈ ਕੇ ਇਹ ਚੱਲਦਾ ਬਣਿਆ। ਭਾਈ ਤਾਰੂ ਸਿੰਘ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਸਰੀਰ ਤਿਆਗ ਗਿਆ। ਉਸ ਮਹਾਨ ਗੁਰਸਿੱਖ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਖੋਪਰੀਆਂ ਲੋਹਾਈਆਂ, ਜਿਹੜਾ ਮਹਾਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਖੋਪਰੀ ਲੋਹਾ ਕੇ ਸਿੱਖੀ ਸਿਦਕ ਨਿਭਾ ਗਿਆ। ਚਰਖੀਆਂ ਤੇ ਚੜੇ, ਚਰਖੜੀਆਂ ਤੇ ਚੜਨ ਵਾਲੇ ਉਹ ਮਹਾਨ ਦੋ ਗੁਰਸਿੱਖ, ਭਾਵੇਂ ਇਤਿਹਾਸ ਵਿੱਚ ਬਹੁਤ ਸਾਰੇ ਗੁੰਮਨਾਮ ਹੋ ਸਕਦੇ ਨੇ ਜਿਨ੍ਹਾਂ ਦਾ ਜ਼ਿਕਰ ਨਾ ਆ ਸਕਿਆ ਹੋਵੇ, ਕਿਉਂਕਿ ਹਕੂਮਤ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਅਨੇਕਾਂ ਥਾਵਾਂ ਤੇ ਸਿੱਖਾਂ ਨੂੰ ਦਿੱਤੇ, ਜਿਹਦਾ ਕੋਈ ਲੇਖਾ ਜੋਖੇ ਦਾ ਕੋਈ ਅੰਤ ਨਹੀਂ ਹੈ। ਪਰ ਜਿੰਨੇ ਵੀ ਇਤਿਹਾਸ ਨੇ ਸਾਡੇ ਤੱਕ ਪਹੁੰਚਾਏ ਨੇ, ਮੈਂ ਸੰਖੇਪ ਰੂਪ ਵਿੱਚ ਆਪ ਜੀ ਨਾਲ ਸਾਂਝ ਪਾ ਰਿਹਾ। ਚਰਖੜੀਆਂ ਤੇ ਚੜ੍ਹਨ ਵਾਲੇ, ਚਰਖੀਆਂ ਤੇ ਚੜ੍ਹਨ ਵਾਲੇ, ਆਪਾਂ ਲਫ਼ਜ਼ ਚਰਖੜੀਆਂ ਵੀ ਵਰਤ ਲੈਂਦੇ ਹਾਂ, ਭਾਵੇਂ ਕਿ ਕੋਈ ਬਹੁਤਾ ਅਸ਼ੁਭ ਨਹੀਂ ਹੈ, ਵਾਹਿਗੁਰੂ ਅਸ਼ੁੱਧ ਨਹੀਂ ਹੈ, ਪਰ ਸਿੱਖ ਰਹਿਤ ਮਰਜ਼ਾਦਾ ਦੇ ਅੰਦਰ ਚਰਖੀਆਂ ਦਾ ਜ਼ਿਕਰ ਕੀਤਾ ਹੈ। ਦੋ ਚਰਖੀਆਂ ਜਿਨ੍ਹਾਂ ਤੇ ਟੇਢੇ ਰੁੱਖ ਦੇ ਤਿੱਖੇ ਚਾਕੂ ਛੁਰੀਆਂ ਲਾਈਆਂ ਹੋਈਆਂ ਤੇ ਦੋਵਾਂ ਦੇ ਆਪਸ ਵਿੱਚ ਆਮਣੇ ਸਾਹਮਣੇ ਖਿਲਾਰ ਕੇ ਇੱਕ ਚਰਖੜੀ ਦੇ ਨਾਲ ਬੰਨ੍ਹ ਕੇ
ਤੇ ਜਦੋਂ ਉਹਦੇ ਨਾਲ ਗੇੜਾ ਦਿੱਤਾ ਜਾਂਦਾ ਹੈ, ਜਦੋਂ ਚਰਖੜੀ ਚੱਲਦੀ ਹੈ, ਚਰਖੀ ਚੱਲਦੀ ਹੈ, ਉਹ ਜਿਹੜੀਆਂ ਛੁਰੀਆਂ ਨੇ, ਉਹ ਜਿਹੜੀਆਂ ਕਰਦਾਂ ਨੇ, ਉਹ ਸਰੀਰ ਦੇ ਵਿੱਚ ਲੱਗਦੀਆਂ ਨੇ ਜਦੋਂ ਗੇੜਾ ਆਉਂਦਾ ਹੈ। ਤੇ ਇਸ ਤਰ੍ਹਾਂ ਸਰੀਰ ਦਾ ਹਰੇਕ ਅੰਗ ਦੇ ਵਿੱਚ ਜਦੋਂ ਲੱਗਦੀਆਂ ਨੇ ਖੂਨ ਟਪਕਦਾ ਹੈ। ਇਸ ਤਰ੍ਹਾਂ ਦੀ ਬੜੀ ਖੌਫਨਾਕ ਸਜ਼ਾ ਹੈ। ਪਰ ਗੁਰੂ ਕਾ ਸਿੱਖ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ, ਸੰਖੇਪ ਜਿਹਾ ਜ਼ਿਕਰ ਕਰਾਂ। ਭਾਈ ਸੁਬੇਗ ਸਿੰਘ ਲਾਹੌਰ ਦੇ ਨੇੜੇ ਇੱਕ ਜੰਬਰ ਪਿੰਡ ਹੈ ਜਿਹਦਾ ਰਹਿਣ ਵਾਲਾ ਸੀ, ਤੇ ਗੁਰੂ ਕਾ ਬਹੁਤ ਪਿਆਰ ਵਾਲਾ ਮਹਾਨ ਗੁਰਸਿੱਖ, ਤੇ ਲਾਹੌਰ ਦੇ ਵਿੱਚ ਠੇਕੇਦਾਰੀ ਦਾ ਕੰਮ ਕਰਦਾ ਸੀ। ਕਿਸੇ ਥੋੜਾ ਜਿਹਾ ਸਮੇਂ ਇਹ ਉੱਥੇ ਕੋਤਵਾਲ ਵੀ ਰਹਿ ਚੁੱਕਾ ਸੀ, ਜਿੱਥੇ ਗੁਰਮੁਖੀ ਵਿਦਿਆ ਦਾ ਸਿਆਣਾ ਵਿਦਵਾਨ ਸੀ, ਉੱਥੇ ਫਾਰਸੀ ਇਤਿਆਦਿਕ ਹੋਰ ਭਾਸ਼ਾਵਾਂ ਦੀ ਵੀ ਜਾਣਕਾਰੀ ਰੱਖਣ ਵਾਲਾ ਬੜਾ ਸਿਆਣਾ ਸੂਝਵਾਨ ਗੁਰਸਿੱਖ ਸੀ ਭਾਈ ਸੁਬੇਗ ਸਿੰਘ। ਜਦੋਂ ਭਾਈ ਤਾਰੂ ਸਿੰਘ ਦੀ ਗੱਲ ਹੋਈ ਹੈ, ਪੰਥ ਨਾਲ ਗੱਲ ਕਰਨ ਵਾਸਤੇ ਵਿਚੋਲੇ ਰੂਪ ਦੇ ਵਿੱਚ ਭਾਈ ਸੁਬੇਗ ਸਿੰਘ, ਇਹੋ ਸੁਬੇਗ ਸਿੰਘ ਸੀ, ਕਿਉਂਕਿ ਲਾਹੌਰ ਦੇ ਵਿੱਚ ਰਹਿਣ ਕਰਕੇ ਵੱਡਾ ਠੇਕੇਦਾਰ ਹੈ ਜ਼ਕਰੀਆ ਖਾਨ ਦੇ ਤੱਕ ਇਹਦੀ ਪਹੁੰਚ ਗੱਲਬਾਤ ਹੈ। ਉਹ ਜਦੋਂ ਸਿੱਖ ਪੰਥ ਦੇ ਨਾਲ ਰਾਬਤਾ ਕਾਇਮ ਕਰਨਾ ਹੈ ਤੇ ਭਾਈ ਸੁਬੇਗ ਸਿੰਘ ਨੂੰ ਵਿੱਚ ਲੈਂਦੇ ਸੀ। ਜਦੋਂ ਖਾਲਸੇ ਨੂੰ ਨਵਾਬੀ ਭੇਜੀ ਗਈ ਨਾ ਜ਼ਕਰੀਆ ਖਾਨ ਵੱਲੋਂ, ਜਦੋਂ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਉਦੋਂ ਵੀ ਹਕੂਮਤ ਵੱਲੋਂ ਨਵਾਬੀ ਦੀ ਖਿਲਤ ਲੈ ਕੇ ਸੁਬੇਗ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਸੀ। ਬਹੁਤ ਵੱਡਾ ਉਸ ਸਮੇਂ ਦਾ, ਜਿੱਥੇ ਗੁਰਸਿੱਖੀ ਦੇ ਵਿੱਚ ਮਹਾਨ ਗੁਰਸਿੱਖ ਹੈ, ਉੱਥੇ ਕਾਰੋਬਾਰ ਤੌਰ ਤੇ ਬਹੁਤ ਅਮੀਰ ਸਿੱਖ ਸੀ। ਸਰਕਾਰੀ ਦਰਬਾਰੇ ਪਹੁੰਚ ਦੀ ਗੱਲ ਕਰੀਏ, ਇੱਕ ਪਾਸੇ ਹਕੂਮਤ ਨੂੰ ਆਪਣਾ ਵਿਚੋਲਾ ਬਣਾ ਕੇ ਪੰਥ ਨਾਲ ਗੱਲ ਕਰਦੀ ਸੀ, ਦੂਸਰੇ ਪਾਸੇ ਪੂਰਾ ਸਿੱਖ ਪੰਥ ਜਿਹੜਾ ਹੈ ਉਹ ਸੁਬੇਗ ਸਿੰਘ ਦੀ ਲਿਆਂਦੀ ਗੱਲਬਾਤ ਵਿਚਾਰ ਕੇ ਕਿਸੇ ਹੱਦ ਤੱਕ ਸੁਬੇਗ ਸਿੰਘ ਦਾ ਫੈਸਲਾ ਪ੍ਰਵਾਨ ਕਰ ਲੈਂਦਾ ਸੀ। ਨਵਾਬੀ ਕੋਈ ਸਿੱਖ ਜਦੋਂ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ, ਭਾਈ ਸੁਬੇਗ ਸਿੰਘ ਨੇ ਹੋਰ ਕੁਝ ਗੁਰਸਿੱਖਾਂ ਸਿਆਣਿਆਂ ਨਾਲ ਵਿਚਾਰ ਕਰਕੇ ਬੇਨਤੀ ਕੀਤੀ ਕਿ ਖਾਲਸਾ ਜੀ, ਠੀਕ ਹੈ ਕਿ ਹਕੂਮਤ ਦੀ ਨੀਅਤ ਸਾਫ਼ ਨਹੀਂ ਹੋ ਸਕਦੀ, ਪਰ ਜੋ ਨਵਾਬੀ ਭੇਜੀ ਜਾ ਰਹੀ ਹੈ, ਕੁਝ ਪਿੰਡਾਂ ਦੀ ਜਗੀਰਦਾਰੀ, ਜੋ ਵੀ ਪ੍ਰਬੰਧ ਭੇਜਿਆ ਜਾ ਰਿਹਾ, ਸਾਨੂੰ ਇਸ ਸਮੇਂ ਪ੍ਰਵਾਨ ਕਰਕੇ ਤੇ ਉਹਦਾ ਲਾਹਾ ਲੈ ਕੇ ਸਾਨੂੰ ਪੰਥਕ ਤੌਰ ਤੇ ਤਗੜੇ ਹੋ ਜਾਣਾ ਚਾਹੀਦਾ ਹੈ। ਸਮੇਂ ਦੀ ਸੰਭਾਲ ਕਰ ਲੈਣੀ ਚਾਹੀਦੀ ਹੈ, ਫਿਰ ਜਦੋਂ ਸਮਾਂ ਆਵੇਗਾ ਆਪਾਂ ਫਿਰ ਹਕੂਮਤ ਨਾਲ ਟਕਰਾਵਾਂਗੇ। ਉਹ ਵਿਚਾਰ ਜਿਹੜੀ ਹੈ ਸਾਰਿਆਂ ਦੀ ਸਮਝ ਵਿੱਚ ਮੰਨਣ ਵਿੱਚ ਆਈ, ਤਾਂ ਕਰਕੇ ਖਾਲਸੇ ਨੇ ਨਵਾਬੀ ਪ੍ਰਵਾਨ ਕੀਤੀ ਸੀ, ਨਹੀਂ ਤੇ ਨਹੀਂ ਕਰਦਾ ਸੀ ਕੋਈ। ਘੋੜਿਆਂ ਦੀ ਸੇਵਾ ਕਰਨ ਵਾਲਾ ਕਪੂਰ ਸਿੰਘ, ਤਾਂ ਉਸ ਨੂੰ ਨਵਾਬੀ ਦਿੱਤੀ ਗਈ ਸੀ। ਸਿੱਖ ਉਦੋਂ ਨਵਾਬੀ ਨੂੰ ਸਮਝਦੇ ਕੀ ਸੀ? ਸਿੱਖ ਉਦੋਂ ਇਹੋ ਜਿਹੇ ਅਹੁਦਿਆਂ ਨੂੰ ਕੀ ਜਾਣਦੇ ਸੀ? ਉਹ ਕਹਿੰਦੇ ਸੀ ਮੇਰਾ ਸਿੱਖ ਹੋਣਾ ਸਭ ਤੋਂ ਵੱਡੀ ਗੱਲ ਹੈ। ਇਹ ਗੱਲ ਵੱਖਰੀ, ਅੱਜ ਸਮਾਂ ਐਸਾ ਹੈ ਕਿ ਸਿੱਖ ਨੂੰ ਕੋਈ ਅਹੁਦੇ ਦਾ ਲਾਲਚ ਦਵੇ, ਇਹ ਸਾਰਾ ਕੁਝ ਗਵਾ ਦੇਣ ਨੂੰ ਤਿਆਰ ਹੈ। ਇਹ ਆਪਣਾ ਧਰਮ ਆ, ਇਹ ਆਪਣਾ ਦੀਨ ਆ, ਸਭ ਕੁਝ ਗਵਾ ਕੇ ਕਹਿੰਦਾ ਜੀ ਮੈਂ ਕੀ ਲੈਣਾ ਪੰਥ ਕੋ, ਤੁਸੀਂ ਮੈਨੂੰ ਕੋਈ ਮੁਖੀ ਆਗੂ ਬਣਾ ਦਿਓ, ਬਸ ਇਹਨਾਂ ਕੀ ਚਾਹੀਦਾ ਹੈ। ਕਿਉਂਕਿ ਅੱਜ ਸਿੱਖ ਜਿਹੜਾ ਸਵਾਰਥੀ ਹੋ ਗਿਆ ਹੈ, ਤਾਂ ਕਰਕੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਰਹੀ। ਯੋਗ ਆਗੂ ਜਿਹੜਾ ਅਗਵਾਈ ਕਰ ਸਕੇ, ਸਿੱਖਾਂ ਨੂੰ ਵਿਸ਼ਵਾਸ ਹੀ ਨਹੀਂ ਬਣ ਰਿਹਾ ਕਿ ਕਿਹਨੇ ਜਾ ਕੇ ਵਿਕ ਜਾਣਾ, ਕੋਈ ਪਤਾ ਲੱਗਦਾ। ਇਸ ਕਰਕੇ ਬਹੁਤ ਵੱਡੀ ਮੁਸ਼ਕਲ ਹੈ। ਕਦੀ ਸਮਾਂ ਸੀ ਸਿੱਖ ਨਵਾਬੀਆਂ ਠੁਕਰਾ ਦਿੰਦੇ ਸੀ, ਅੱਜ ਦੇ ਕਿਸੇ ਜ਼ਿਲ੍ਹੇ ਪ੍ਰਧਾਨ ਦੀ ਕੋਈ ਮਾੜਾ ਜਿਹਾ ਚੋਗਾ ਪਾਵੇ ਤੇ ਬੰਦਾ ਪਾਰਟੀਆਂ ਨੂੰ ਧੋਖਾ ਦੇ ਜਾਂਦਾ। ਖੈਰ ਪਾਰਟੀਆਂ ਤਾਂ ਹੁੰਦੀਆਂ ਇੱਕ ਦੂਜੇ ਨੂੰ ਧੋਖਾ ਦੇਣ ਵਾਸਤੇ ਨੇ, ਮੁੱਖ ਗੱਲ ਹੈ ਵੀ ਗੁਰੂ ਕੇ ਸਿਧਾਂਤ ਨੂੰ ਧੋਖਾ ਦੇ ਕੇ ਆਪਣੇ ਅਹੁਦੇ, ਆਪਣੇ ਸਵਾਰਥ ਵਾਸਤੇ ਸਿੱਖ ਜਿਹੜਾ ਸਾਰਾ ਕੁਝ ਆਪਣਾ ਜੀਵਨ ਗਵਾ ਦਿੰਦਾ ਹੈ। ਹਾਲਤ ਕੁਝ ਇਦਾਂ ਦੀ ਬਣ ਜਾਂਦੀ ਹੈ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਪਰ ਐਸੇ ਸਿੱਖ ਜਿਹੜੇ ਸਵਾਰਥ ਵਾਸਤੇ ਸਿਧਾਂਤ ਕੁਰਬਾਨ ਕਰਨਗੇ, ਸਿੱਖ ਇਤਿਹਾਸ ਦਾ ਅੰਗ ਤੇ ਬਣਨਗੇ, ਪਰ ਸਤਿਕਾਰ ਦੇ ਪਾਤਰ ਨਹੀਂ ਕਦੀ ਬਣ ਸਕਦੇ। ਗਦਾਰ ਤੇ ਆਖੇ ਜਾ ਸਕਦੇ ਨੇ, ਦੇਸ਼ ਦਾ ਕੌਮ ਧਰੋਹੀ ਤੇ ਆਖੇ ਜਾ ਸਕਦੇ ਨੇ, ਪਰ ਕਦੀ ਸਤਿਕਾਰ ਦਾ ਹੱਕਦਾਰ ਨਹੀਂ ਉਹ ਸਿੱਖ ਹੋ ਸਕਦਾ ਜਿਹੜਾ ਸਵਾਰਥੀ ਹੈ, ਜਿਹੜਾ ਆਪਣੇ ਸਵਾਰਥ ਵਾਸਤੇ ਸਿਧਾਂਤ ਕੁਰਬਾਨ ਕਰ ਦਿੰਦਾ ਹੈ। ਖੈਰ ਗੁਰੂ ਕਿਰਪਾ ਕਰੇ। ਸੁਬੇਗ ਸਿੰਘ ਉਹ ਮਹਾਨ ਸਿੱਖ ਹੈ
ਤੇ ਜਦੋਂ ਦੋਵਾਂ ਪਾਸਿਆਂ ਤੋਂ ਗੱਲਬਾਤ ਹੁੰਦੀ ਹੈ, ਵਿੱਚ ਵਿਚੋਲੇ ਰੂਪ ਦੇ ਵਿੱਚ ਸੁਬੇਗ ਸਿੰਘ ਗੱਲਬਾਤ ਕਰਨ ਜਾਂਦਾ ਹੈ। ਪਰ ਅੱਜ ਸਮਾਂ ਆਇਆ, ਇਹਦਾ ਇੱਕ ਪੁੱਤਰ ਹੈ ਸ਼ਾਹਬਾਜ਼ ਸਿੰਘ। ਸ਼ਾਹਬਾਜ਼ ਸਿੰਘ ਆਪਣੇ ਪਿਤਾ ਵਾਂਗ ਹੀ ਪੜ੍ਹਾਈ ਦੇ ਵਿੱਚ ਬੜਾ ਹੁਸ਼ਿਆਰ ਹੈ। ਲਾਹੌਰ ਕਿਸੇ ਇਸਲਾਮੀ ਮਦਰਸੇ ਵਿੱਚ ਪੜ੍ਹਦਾ ਹੈ। ਮਦਰਸਾ ਇਸਲਾਮ ਵਿੱਚ ਸਕੂਲ ਨੂੰ ਕਹਿੰਦੇ ਨੇ, ਪਾਠਸ਼ਾਲਾ ਨੂੰ ਕਹਿੰਦੇ ਨੇ। ਤੇ ਉਦੋਂ ਪੜ੍ਹਦਿਆਂ ਜਿਹੜਾ ਕਾਜੀ ਇਸ ਨੂੰ ਪੜ੍ਹਾਉਂਦਾ ਸੀ ਨਾ, ਸੁਬੇਗ ਸਿੰਘ ਦੇ ਪੁੱਤਰ ਨੂੰ, ਉਹਨੇ ਵੇਖਿਆ ਕਿ 18 ਕੁ ਸਾਲ ਦਾ ਨੌਜਵਾਨ ਹੈ, ਆਚਰਣ ਪੱਖੋਂ, ਲਿਆਕਤ ਪੱਖੋਂ ਬਹੁਤ ਹੀ ਇਹ ਆਲਾ ਦਿਮਾਗ ਰੱਖਣ ਵਾਲਾ ਮਨੁੱਖ ਹੈ। ਉਹਦੇ ਮਨ ਵਿੱਚ ਸਿੱਖ ਇਤਿਹਾਸ ਨੇ ਲਿਖਿਆ ਹੈ, ਵਿਚਾਰ ਆਈ ਵੀ ਕਿਸ ਤਰ੍ਹਾਂ ਇਹਨੂੰ ਮੈਂ ਪ੍ਰਭਾਵਿਤ ਕਰਕੇ ਪੜ੍ਹਾਉਂਦਿਆਂ ਇਹਨੂੰ ਮੁਸਲਮਾਨ ਬਣਾ ਲਵਾਂ, ਆਪਣੀ ਬੇਟੀ ਦਾ ਨਿਕਾਹ ਇਸ ਨਾਲ ਕਰਦੇ ਆ। ਇਹਦੇ ਮਨ ਦਾ ਵਿਚਾਰ ਬਣਿਆ। ਉਹ ਰੋਜ਼ ਪ੍ਰੇਰਨਾ ਕਰਦਾ ਹੈ, ਇਸਲਾਮ ਇਸ ਤਰ੍ਹਾਂ ਹੈ, ਇਸਲਾਮ ਦੀ ਆਹ ਗੱਲ ਮਹਾਨ ਹੈ। ਪਰ ਦੂਸਰੇ ਪਾਸੇ 18 ਕੁ ਸਾਲ ਦਾ ਨੌਜਵਾਨ ਹੈ ਸ਼ਾਹਬਾਜ਼ ਸਿੰਘ, ਉਹਦਾ ਪਿਤਾ ਮਹਾਨ ਗੁਰਸਿੱਖ ਹੈ। ਉਹਦੇ ਪਿਤਾ ਨੇ ਸ਼ਹੀਦਾਂ ਦੀ ਦਾਸਤਾਨ ਸੁਣਾਈ ਹੋਈ ਹੈ, ਗੁਰੂ ਦਾ ਸਿਧਾਂਤ ਸਮਝਾਇਆ ਹੋਇਆ ਹੈ। ਉਹ ਜਦੋਂ ਕਾਜੀ ਆਪਣੇ ਧਰਮ ਦੀ ਤਾਰੀਫ ਕਰਦਾ ਹੈ ਤੇ ਸੁਬੇਗ ਸਿੰਘ ਦਾ ਪੁੱਤਰ ਸ਼ਾਹਬਾਜ਼ ਸਿੰਘ ਉਹ ਸਿੱਖ ਧਰਮ ਦੀ ਵਡਿਆਈ ਦੱਸਦਾ ਵੀ ਸਿੱਖ ਧਰਮ ਆ ਮਹਾਨ ਹੈ। ਬੜਾ ਪਰੇਸ਼ਾਨ ਹੈ ਕਿ ਕਿਵੇਂ ਇਸ ਬੱਚੇ ਨੂੰ ਇਸਲਾਮ ਕਬੂਲ ਕਰਵਾਇਆ ਜਾਏ। ਜਦੋਂ ਅਖੀਰ ਨਹੀਂ ਮੰਨਦਾ ਤੇ ਸ਼ਾਹਬਾਜ਼ ਸਿੰਘ ਘਰ ਆ ਕੇ ਵੀ ਗੱਲਬਾਤ ਦੱਸ ਦਿੰਦਾ ਸੀ ਵੀ ਮੈਨੂੰ ਕਾਜੀ ਐਵੇਂ ਯਤਨ ਕਰਦਾ, ਪਰ ਪਿਤਾ ਜੀ ਗੁਰੂ ਦੀ ਮਿਹਰ ਹੈ, ਮੈਂ ਚੜ੍ਹਦੀ ਕਲਾ 'ਚ। ਤੇ ਜਦੋਂ ਇਸਲਾਮੀ ਵਿਦਿਆ ਦੇ ਕੇਂਦਰ ਵਿੱਚ ਪੜ੍ਹਨ ਵਾਲਾ ਇੱਕ ਗੁਰਸਿੱਖ ਦਾ ਬੱਚਾ ਪਰ ਆਪਣੀ ਦ੍ਰਿੜਤਾ ਕਾਇਮ ਰੱਖਦਾ ਹੈ, ਇੱਕ ਦਿਨ ਫਿਰ ਕਾਜੀ ਨੇ ਸੋਚਿਆ ਕਿ ਇਸ ਨੂੰ ਡਰਾ ਧਮਕਾ ਕੇ ਇਸਲਾਮ ਕਬੂਲ ਕਰਵਾਇਆ ਜਾਵੇ। ਜਦੋਂ ਨਹੀਂ ਮੰਨਿਆ, ਕਹਿਣ ਲੱਗਾ ਮੈਂ ਕੋਈ ਝੂਠੀ ਸ਼ਿਕਾਇਤ ਬਣਾ ਦੇਵਾਂਗਾ, ਹਕੂਮਤ ਨੇ ਮੇਰੀ ਮੰਨ ਲੈਣੀ ਹੈ। ਤੇ ਕਹਿਣ ਲੱਗੇ ਮੈਂ ਮਰਵਾ ਦਿਆਂਗਾ ਤੈਨੂੰ। ਉਹ ਕਹਿਣ ਲੱਗਾ ਵੀ ਮਰਵਾਉਣ ਵਾਲੀ ਕਹਾਣੀ ਸਿੱਖੀ ਦੇ ਵਿੱਚ ਇੱਥੇ ਤੇ ਅਸੀਂ ਆਏ ਪਹਿਲਾਂ ਇਹ ਕਦਮ ਰੱਖ ਕੇ ਆ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਇਹੋ ਜਿਹੇ ਡਰਾਵਿਆਂ ਤੋਂ ਸਿੱਖ ਨਹੀਂ ਡਰਦਾ। ਉਹ ਆ ਕੇ ਪਿਤਾ ਨਾਲ ਵੀ ਗੱਲ ਕੀਤੀ। ਖੈਰ ਜੋ ਵੀ ਇਲਜ਼ਾਮ ਲਾਇਆ ਗਿਆ ਕਿ ਜਿਹੜਾ ਸੁਬੇਗ ਸਿੰਘ ਦਾ ਪੁੱਤਰ ਹੈ ਨਾ ਨੌਜਵਾਨ, ਕਹਿਣ ਲੱਗੇ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਬਹੁਤ ਇਹਨੇ ਕੁਰਖਤ ਸ਼ਬਦ ਬੋਲੇ ਨੇ, ਕਿਉਂਕਿ ਇਲਜ਼ਾਮ ਹੀ ਲਾਉਣਾ, ਜਿਨ੍ਹਾਂ ਦੀ ਹਕੂਮਤ ਹੈ ਉਹ ਮਨਮਰਜ਼ੀ ਕਰ ਸਕਦੇ ਨੇ। ਅੱਜ ਵੀ ਦੇਖ ਲਓ ਕਿੰਨੀ ਕੁ ਸੁਣਵਾਈ ਹੁੰਦੀ ਹੈ। ਇੱਥੇ ਜਿਹੜਾ ਕਸੂਰਵਾਰ ਹੈ ਉਹ ਬਾਅਦ ਬਰੀ ਹੋ ਜਾਂਦਾ ਹੈ, ਜਿਹਨੇ ਕੁਝ ਨਹੀਂ ਕੀਤਾ ਉਹਨੂੰ ਫਾਂਸੀ ਤੇ ਚਾੜ ਦਿੱਤਾ ਜਾਂਦਾ। ਇਵੇਂ ਹੁੰਦਾ ਹੈ, ਹਕੂਮਤ ਜਿਹਦਾ ਡੰਡਾ ਹੈ ਉਹਦੇ ਹਿਸਾਬ ਨਾਲ ਹੀ ਗੱਲ ਚੱਲਦੀ ਹੈ। ਉਹਨੇ ਜਾ ਕੇ ਜਦੋਂ ਰਿਪੋਰਟ ਕੀਤੀ ਕਿ ਇਹਨੇ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਬਹੁਤ ਕੁਰਖਤ ਸ਼ਬਦ ਵਰਤੇ ਨੇ, ਤੇ ਫਤਵਾ ਲੱਗ ਗਿਆ ਕਿ ਇਹਨਾਂ ਦੋ ਪਿਓ ਪੁੱਤਾਂ ਨੂੰ ਪਕੜ ਲਿਆ ਜਾਏ, ਜੇਲ੍ਹ ਵਿੱਚ ਇਹਨਾਂ ਨੂੰ ਤਸੀਹੇ ਦਿੱਤੇ ਜਾਣ, ਇਸਲਾਮ ਕਬੂਲ ਕਰਵਾਇਆ ਜਾਵੇ, ਔਰ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਦੀ ਅਗਲੀ ਸਜ਼ਾ ਨਿਯਤ ਹੋਏਗੀ। ਤੇ ਜਦੋਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਦੋਵਾਂ ਨੂੰ ਅਲੱਗ-ਅਲੱਗ ਰੱਖਿਆ ਗਿਆ। ਇੱਥੋਂ ਤੱਕ ਵਿਸਥਾਰ ਹੋ ਜਾਂਦਾ, ਗੱਲ ਲੰਬੀ ਹੋ ਜਾਂਦੀ ਹੈ। ਬੇਨਤੀ ਕਰਾਂ, ਪਿਓ ਨੂੰ ਇਹ ਗੱਲ ਕਹਿੰਦੇ ਨੇ ਵੀ ਤੇਰਾ ਪੁੱਤਰ ਜਿਹੜਾ ਉਹ ਇਸਲਾਮ ਨੂੰ ਕਬੂਲ ਕਰ ਗਿਆ ਹੈ। ਸੁਬੇਗ ਸਿੰਘ ਨੂੰ ਜਾ ਕੇ ਇਹ ਗੱਲ ਦੱਸੀ ਜਾਂਦੀ ਹੈ ਤੇ ਸੁਬੇਗ ਸਿੰਘ ਕਹਿੰਦਾ ਵੀ ਨਹੀਂ, ਮੇਰੇ ਗੁਰੂ ਦੇ ਮੈਨੂੰ ਭਰੋਸਾ ਹੈ ਕਿ ਸ਼ਾਹਬਾਜ਼ ਸਿੰਘ ਕਦੀ ਮੁਸਲਮਾਨ ਨਹੀਂ ਹੋ ਸਕਦਾ। ਤੇ ਸ਼ਾਹਬਾਜ਼ ਸਿੰਘ ਨੂੰ ਆ ਕੇ ਕਹਿੰਦੇ ਨੇ ਵੀ ਤੂੰ ਤੇ ਕੱਲ ਦਾ ਜਵਾਨ ਹੈ, ਜੇ 18-19 ਸਾਲ ਦੀ ਉਮਰ ਹੈ, ਤੇਰਾ ਪਿਤਾ ਸਾਰੀ ਉਮਰ ਸਿੱਖ ਰਿਹਾ, ਉਹ ਇਸਲਾਮ ਕਬੂਲ ਕਰ ਗਿਆ, ਤੂੰ ਵੀ ਕਰ ਲੈ। ਉਹ ਕਹਿਣ ਲੱਗਾ ਜਿਹੜੇ ਪਿਤਾ ਨੇ ਮੈਨੂੰ ਸਿੱਖਿਆ ਦਿੱਤੀ ਹੈ ਨਾ ਕਿ ਸਾਡੇ ਸਿੱਖ ਸ਼ਹੀਦ ਆਰੇ ਨਾਲ ਚਰਵਾਏ ਜਾ ਸਕਦੇ ਨੇ, ਉਬਲਦੀਆਂ ਦੇਗਾਂ ਵਿੱਚ ਉਬਾਲੇ ਜਾ ਸਕਦੇ ਨੇ, ਪਰ ਕਦੀ ਧਰਮ ਨਹੀਂ ਛੱਡਦੇ। ਕਹਿਣ ਲੱਗੇ ਮੇਰਾ ਪਿਤਾ ਕਦੀ ਧਰਮ ਨਹੀਂ ਛੱਡ ਸਕਦਾ। ਬਹੁਤ ਯਤਨ ਕੀਤਾ, ਪਰ ਜਦੋਂ ਕਿਸੇ ਤਰ੍ਹਾਂ ਗੱਲ ਨਾ ਬਣੀ, ਫਿਰ ਫਤਵਾ ਲਾਇਆ ਗਿਆ ਇਹਨਾਂ ਦੋਵਾਂ ਪਿਓ ਪੁੱਤਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਏ। ਇਹ ਦੋਵੇਂ ਪਿਓ ਪੁੱਤਰ ਸੁਬੇਗ ਸਿੰਘ ਤੇ ਇਹਦਾ ਪੁੱਤਰ ਸ਼ਾਹਬਾਜ਼ ਸਿੰਘ, ਦੋਵੇਂ ਪਿਓ ਪੁੱਤਰ ਨੇ। ਇਹਨਾਂ ਨੂੰ ਚਰਖੀਆਂ ਤੇ ਬੰਨ੍ਹ ਕੇ, ਚਰਖੜੀਆਂ ਨੂੰ ਘੁਮਾ ਕੇ ਤੇ ਇਹਨਾਂ ਨੂੰ ਅਸਹਿ ਤੇ ਅਕਹਿ ਤਸੀਹੇ ਦਿੰਦਿਆਂ ਹੋਇਆਂ ਸ਼ਹੀਦ ਕੀਤਾ ਗਿਆ। ਪਰ ਇਹ ਮਹਾਨ ਗੁਰਸਿੱਖ ਆਪਾ ਕੁਰਬਾਨ ਕਰ ਗਏ, ਪਰ ਸਿੱਖੀ ਦੀ ਦ੍ਰਿੜਤਾ ਆਪਣੀ ਨਿਭਾ ਕੇ ਗਏ।
ਇਹਨਾਂ ਮਹਾਨ ਗੁਰਸਿੱਖਾਂ ਦਾ ਜ਼ਿਕਰ ਆਇਆ। ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਆਰੇ ਨਾਲ ਚੀਰਿਆ ਜਾਣ ਵਾਲਾ ਉਹ ਮਹਾਨ ਸਿੱਖ ਭਾਈ ਮਤੀ ਦਾਸ, ਦਿੱਲੀ ਚਾਂਦਨੀ ਚੌਂਕ ਦੀ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੁੰਦੇ ਨੇ, ਉਸ ਤੋਂ ਪਹਿਲਾਂ ਇਹਨਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਦਿਆਲਾ, ਭਾਈ ਸਤੀ ਦਾਸ ਤੇ ਭਾਈ ਮਤੀ ਦਾਸ। ਉਹਨਾਂ ਦੇ ਵਿੱਚੋਂ ਪਹਿਲੀ ਸ਼ਹੀਦੀ ਭਾਈ ਮਤੀ ਦਾਸ ਦੀ ਹੁੰਦੀ ਹੈ, ਜਿਹਨੂੰ ਲੱਕੜ ਦੇ ਫੱਟਿਆਂ ਵਿੱਚ ਬੰਨ੍ਹ ਕੇ ਆਰੇ ਨਾਲ ਚੀਰ ਕੇ ਸਰੀਰ ਨੂੰ ਦੁਫਾੜ ਕੀਤਾ ਗਿਆ। ਪਰ ਉਹ ਵੀ ਮਹਾਨ ਗੁਰਸਿੱਖ ਆਪਣੇ ਗੁਰੂ ਦੇ ਸਨਮੁਖ ਰਹਿੰਦਿਆਂ ਆਪਾ ਕੁਰਬਾਨ ਕਰ ਗਿਆ। ਉਸ ਮਹਾਨ ਗੁਰਸਿੱਖ ਦਾ ਜ਼ਿਕਰ ਹੈ। ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਕੁਰਬਾਨੀਆਂ ਕੀਤੀਆਂ, ਮੁੱਢਲੇ ਸਮੇਂ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਵੀ ਭਾਈ ਲਛਮਣ ਸਿੰਘ ਵਰਗੇ ਮਹਾਨ ਸੂਰਮੇ, ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ, ਜਿੱਥੇ ਕੋਈ 150 ਦੇ ਕਰੀਬ ਗੁਰਸਿੱਖ ਸ਼ਹੀਦ ਹੋਏ। ਮਹੰਤ ਨਾਰਾਇਣ ਦਾਸ ਜਿਹੜਾ ਉਸ ਸਮੇਂ ਉੱਥੇ ਮਹੰਤ ਸੀ, ਉਹਦੇ ਕੁਕਰਮਾਂ ਨੂੰ ਹਟਾਉਣ ਵਾਸਤੇ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਹੋਰ ਜਿੱਥੇ ਵੀ ਤਰਨਤਾਰਨ ਸਾਹਿਬ ਮਹੰਤਾਂ ਦਾ ਕਬਜ਼ਾ ਸੀ, ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਪਰ ਆਪਣਾ ਧਰਮ ਨਹੀਂ ਹਾਰਿਆ, ਧਰਮ ਵਿੱਚ ਪਰਪੱਕ ਰਹੇ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਇਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਨਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਿਉਂ ਧਰਿਆ ਗਿਆ ਕਿ ਉਹਨਾਂ ਦੀ ਕਮਾਈ ਜਿਹੜੀ ਹੈ ਉਹਦੀ ਮਹੱਤਤਾ ਸਾਡੇ ਅੰਦਰ ਦ੍ਰਿੜ ਹੋਵੇ ਕਿ ਕੇਸਾਂ ਦੀ ਬੇਅਦਬੀ ਨਾ ਕਰਾਉਣ ਕਰਕੇ ਇੱਕ ਸਿੱਖ ਖੋਪਰੀ ਲਵਾ ਸਕਦਾ ਹੈ। ਤੇ ਅੱਜ ਇੰਨੀ ਮੁਸ਼ਕਲ ਨਹੀਂ ਹੈ ਕਿ ਜਿਹੜਾ ਕੋਈ ਕੇਸ ਰੱਖੇਗਾ ਉਹਦੀ ਖੋਪਰੀ ਲਾ ਦਿੱਤੀ ਜਾਏਗੀ। ਨਹੀਂ, ਅੱਜ ਤੇ ਆਪਣੇ ਮਨ ਦੀ ਗੱਲ ਹੈ। ਜਦੋਂ ਗੁਰੂ ਮਿਹਰ ਕਰੇ ਮਨ ਬਣੇ, ਔਰ ਹਰ ਇੱਕ ਦਾ ਮਨ ਬਣਨਾ ਚਾਹੀਦਾ ਹੈ। ਸਾਨੂੰ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੱਲ ਤੇ ਤਾਂ ਚੱਲੇਗੀ ਨਾ ਜੇ ਸਾਡੇ ਕੋਲ ਸਿੱਖੀ ਹੋਵੇਗੀ। ਪਹਿਲੀ ਗੱਲ ਹੈ ਵੀ ਸਿੱਖੀ ਧਾਰਨ ਕਰੀਏ ਤੇ ਫਿਰ ਇਸ ਸਿੱਖੀ ਦੇ ਉੱਪਰ ਦ੍ਰਿੜਤਾ ਹੋਵੇ। ਤੇ ਇਸ ਲਈ ਇਹਨਾਂ ਮਹਾਨ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਿਆ ਜਾਂਦਾ ਹੈ। ਤੇ ਸਮੂਹ ਖਾਲਸਾ ਨੂੰ ਸੰਬੋਧਨ ਰੂਪ ਵਿੱਚ ਕਿਹਾ ਜਾਂਦਾ ਵੀ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕੀਤਾ ਜਾਂਦਾ ਹੈ, ਜਿਹਦੇ ਨਾਲ ਗੁਰੂ ਰਾਹੀਂ ਜੁੜੇ ਹੋਏ ਮਹਾਨ ਸ਼ਹੀਦ ਆਪਾਂ ਕੁਰਬਾਨ ਕਰ ਗਏ। ਪੰਜਾਂ ਤਖਤਾਂ, ਇਹ ਅਰਦਾਸ ਦਾ ਚੌਥਾ ਬੰਦ ਹੈ। ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ। ਦੂਸਰਾ ਤਖਤ ਤਖਤ ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਬਿਹਾਰ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਜਗ੍ਹਾ ਦਾ ਸਥਾਨ ਹੈ। ਤੀਸਰਾ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ। ਚੌਥਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ। ਤੇ ਪੰਜਵਾਂ ਤਖਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਇਹ ਪੰਜ ਤਖਤ ਨੇ ਜਿਨ੍ਹਾਂ ਦਾ ਧਿਆਨ ਧਰਿਆ ਜਾਂਦਾ ਹੈ ਔਰ ਖਾਲਸਾ ਜੀ ਨੂੰ ਵਾਹਿਗੁਰੂ ਬੋਲਣ ਵਾਸਤੇ ਪ੍ਰੇਰਨਾ ਕੀਤੀ ਜਾਂਦੀ ਹੈ। ਬੇਨਤੀ ਕਰਾਂ, ਇਹਨਾਂ ਪੰਜਾਂ ਤਖਤਾਂ ਵਿੱਚੋਂ ਪਹਿਲੋਂ 4 ਤਖਤ ਹੀ ਅਰਦਾਸ ਵਿੱਚ ਉਹਨਾਂ ਦਾ ਧਿਆਨ ਧਰਿਆ ਜਾਂਦਾ ਸੀ। ਜੂਨ 1963 ਦੇ ਵਿੱਚ ਜਦੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨੂੰ ਤਖਤ ਪ੍ਰਵਾਨ ਕੀਤਾ ਗਿਆ, ਉਦੋਂ ਜ਼ਿਕਰ 1963 ਵਿੱਚ ਸ਼ੁਰੂ ਹੋਇਆ ਹੈ ਕਿ ਪੰਜਾਂ ਤਖਤਾਂ ਦਾ ਪਹਿਲਾਂ 4 ਤਖਤਾਂ ਦਾ ਧਿਆਨ ਧਰਿਆ ਜਾਂਦਾ ਸੀ। ਉਹ ਅੱਜ ਜੋ ਮੌਜੂਦਾ ਸਾਡੇ 5 ਤਖਤ ਨੇ,
ਔਰ ਮੈਂ ਬੇਨਤੀ ਕਰਾਂ ਸਾਨੂੰ ਆਪ ਨੂੰ, ਸਾਡੇ ਬੱਚਿਆਂ ਨੂੰ, ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ 10 ਗੁਰੂਆਂ ਦੇ, 5 ਪਿਆਰਿਆਂ ਦੇ, 4 ਸਾਹਿਬਜ਼ਾਦਿਆਂ ਦੇ ਨਾਮ ਆਉਣੇ ਚਾਹੀਦੇ ਨੇ। ਮੂਲ ਮੰਤਰ, ਗੁਰ ਮੰਤਰ, ਲਗਭਗ ਜਿਹੜੀ ਬੇਸਿਕ ਜਾਣਕਾਰੀ ਸਾਡੇ ਧਰਮ ਦੀ ਮੁੱਢਲੀ ਜਾਣਕਾਰੀ ਹੈ, ਪਹਿਲਾਂ ਤੇ ਸਾਨੂੰ ਆਉਂਦੀ ਹੋਵੇ, ਫਿਰ ਬੱਚਿਆਂ ਨੂੰ ਸਿਖਾਈਏ। ਘੱਟ ਤੋਂ ਘੱਟ ਇੰਨੀ ਕੁ ਸ਼ੁਰੂਆਤ ਤੇ ਜ਼ਰੂਰ ਕਰਨੀ ਚਾਹੀਦੀ ਹੈ। ਉਹਦੇ ਵਿੱਚ ਇਹ 5 ਤਖਤ ਵੀ ਸਾਡੇ ਕਿਹੜੇ ਨੇ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਗੁਰੂ ਪਾਤਸ਼ਾਹ ਮਿਹਰ ਕਰੇ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸ ਦਾ ਅਗਲਾ 5ਵਾਂ ਬੰਦ ਹੈ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਬੇਨਤੀ ਕਰਾਂ, ਪਹਿਲਾਂ 10 ਪਾਤਸ਼ਾਹੀਆਂ ਦਾ ਅਭਿਨੰਦਨ ਕੀਤਾ ਗਿਆ, ਫਿਰ 5 ਪਿਆਰਿਆਂ ਤੇ 4 ਸਾਹਿਬਜ਼ਾਦਿਆਂ, ਜਪੀਆਂ ਤਪੀਆਂ ਦਾ ਧਿਆਨ ਧਰਿਆ ਗਿਆ। ਤੀਸਰੇ ਬੰਦ ਵਿੱਚ ਖੋਪਰੀਆਂ ਲਹਾਉਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲਿਆਂ ਦਾ ਅਭਿਨੰਦਨ ਕੀਤਾ ਗਿਆ, ਉਹਨਾਂ ਦੀ ਕਮਾਈ ਦਾ ਧਿਆਨ ਧਰਿਆ ਗਿਆ। ਉਸ ਤੋਂ ਬਾਅਦ ਵਿੱਚ 5 ਤਖਤਾਂ ਦਾ ਧਿਆਨ ਧਰਿਆ ਗਿਆ। ਮੇਰੀ ਸਮਝ ਦੇ ਮੁਤਾਬਕ ਜਿਹੜੀ ਬੇਨਤੀ ਵਾਲਾ ਪੱਖ ਹੈ ਨਾ, ਅਰਦਾਸ ਦਾ ਭਾਵ ਬੇਨਤੀ ਹੁੰਦਾ, ਉਹ ਇੱਥੋਂ ਆਰੰਭ ਹੁੰਦਾ ਹੈ। ਪ੍ਰਥਮ ਹੁੰਦਾ ਹੈ, ਪ੍ਰਥਮ ਪਹਿਲਾ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇੱਥੋਂ ਅਰਦਾਸ ਵਾਲਾ ਪੱਖ ਜਿਹੜਾ ਪਹਿਲਾਂ ਤੇ ਆਪਾਂ ਜਿਨ੍ਹਾਂ ਦੀ ਕਮਾਈ ਵੱਡੀ ਹੈ ਉਹਨਾਂ ਦਾ ਆਸਰਾ ਲਿਆ ਵੀ ਜਿਵੇਂ ਉਹ ਜੁੜੇ ਰਹੇ ਨਾ ਅਰਦਾਸ ਕਰਕੇ, ਤੇ ਅਕਾਲ ਪੁਰਖ ਸਾਨੂੰ ਵੀ ਮਿਹਰ ਕਰ, ਅਸੀਂ ਉਹਨਾਂ ਦੀ ਕਮਾਈ ਦਾ ਧਿਆਨ ਧਰਿਆ, ਅਸੀਂ ਵੀ ਉਵੇਂ ਟਿਕ ਸਕੀਏ। ਹੁਣ ਪਹਿਲਾ ਪ੍ਰਥਮ ਕੀ ਹੈ? ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਕਿਹੜੀ ਅਰਦਾਸ ਹੈ? ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਸਭ ਤੋਂ ਪਹਿਲਾਂ ਸਰਬੱਤ ਖਾਲਸਾ ਜੀ ਨੂੰ ਵਾਹਿਗੁਰੂ 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 ਚਿਤ ਆਵੇ। ਪ੍ਰਥਮ ਹੈ, ਪਹਿਲੀ ਅਰਦਾਸ ਹੈ, ਪਹਿਲੀ ਬੇਨਤੀ ਜਿਹੜੀ ਹੈ। ਵੇਖੋ ਕਿੰਨੇ ਪਿਆਰੇ ਲਫ਼ਜ਼ ਨੇ, ਕਿੱਡੇ ਗੁਰਸਿੱਖ ਵਿਦਵਾਨਾਂ ਨੇ ਕਿੱਡੀ ਮੰਗ ਪਿਆਰੀ ਰੱਖੀ ਹੈ ਕਿ ਵਾਹਿਗੁਰੂ ਚੇਤਾ ਆਵੇ। ਅਰਦਾਸ ਦਾ ਪਹਿਲਾ ਪੱਖ ਜਿਹੜਾ ਉਹ ਇਹ ਹੈ, ਬੇਨਤੀ ਵਾਲਾ। ਤੇ ਇੱਥੇ ਵੀ ਕੁਝ ਸਿੱਖ ਵਿਦਵਾਨਾਂ ਦਾ ਵਿਚਾਰ ਹੈ, ਕਹਿਣ ਲੱਗੇ ਇੱਕੋ ਵਾਰੀ ਵੀ ਲਫ਼ਜ਼ ਵਰਤਿਆ ਜਾ ਸਕਦਾ ਵੀ ਸਿੱਖ ਨੂੰ ਵਾਹਿਗੁਰੂ ਚੇਤਾ ਆਵੇ। 3 ਵਾਰੀ ਕਿਉਂ ਵਰਤਿਆ ਗਿਆ? ਦਰਅਸਲ ਇਸ ਲਈ ਕਿ ਇਹਨੇ ਵੀ ਮੂੰਹ ਤੋਂ ਬੋਲ ਦਿੱਤਾ ਤੇ ਚੇਤੇ ਆ ਗਿਆ। ਸਿੱਖ ਦੇ ਸਿਧਾਂਤ ਨੂੰ, ਜਦੋਂ ਸਿੱਖੀ ਦੇ ਸਿਧਾਂਤ ਨੂੰ ਦ੍ਰਿੜ ਕਰਨ ਵਾਸਤੇ ਗੁਰੂ ਕੀ ਬਾਣੀ ਦਾ ਉਪਦੇਸ਼ ਜਦੋਂ ਦ੍ਰਿੜ ਕਰਨਾ ਹੈ, ਗੁਰੂ ਪਾਤਸ਼ਾਹ ਦੀ ਬਾਣੀ ਦਾ ਸਿਧਾਂਤ ਹੈ ਕਿ ਕੱਲਾ ਮੂੰਹ ਤੋਂ ਬੋਲਿਆ ਗਿਆ ਹੀ ਪ੍ਰਵਾਨ ਨਹੀਂ, ਮਨ ਵਚ ਕਰਮ ਕਰਕੇ 3 ਤਰੀਕੇ ਨੇ ਗੁਰ ਉਪਦੇਸ਼ ਨੂੰ ਕਮਾਉਣ ਦੇ। ਮਨ ਕੀ, ਮਨ ਵਿੱਚ ਵਿਚਾਰ ਹੈ, ਜਿਹੜੀ ਗੱਲ ਨੂੰ ਜ਼ੁਬਾਨ ਤੋਂ ਬੋਲਿਆ ਜਾਣਾ ਹੈ। ਬਚ ਕਹਿੰਦੇ ਨੇ ਬਚਨ ਨੂੰ, ਬਚਨ ਕਰਕੇ ਬੋਲਿਆ ਜਾਵੇ ਉਸ ਗੱਲ ਨੂੰ। ਆਪਾਂ ਗੱਲ ਕੋਈ ਤਾਂ ਹੀ ਬੋਲਦੇ ਹਾਂ ਜੋ ਪਹਿਲੋਂ ਮਨ ਵਿੱਚ ਆਉਂਦੀ ਹੈ, ਵਿਚਾਰ ਵਿੱਚ ਆਉਂਦੀ ਹੈ। ਉਸ ਵਿਚਾਰ ਨੂੰ ਪ੍ਰਗਟ ਕਰਨ ਦਾ ਤਰੀਕਾ ਕੀ ਹੈ? ਜ਼ੁਬਾਨ ਰਾਹੀਂ ਬੋਲਦੇ ਆ, ਤੇ ਬੋਲਣ ਨੂੰ ਹੀ ਬੋਲ ਆਖਿਆ ਜਾਂਦਾ ਹੈ, ਬਚਨ ਆਖਿਆ ਜਾਂਦਾ ਹੈ। ਤੇ ਤੀਸਰਾ ਹੈ ਕਰਮ। ਕਰਮ ਕੀ ਹੁੰਦਾ? ਵੀ ਉਹਦੇ ਮੁਤਾਬਕ ਕੰਮ ਕਰਨਾ। ਇੱਕ ਤੇ ਗੱਲ ਮੇਰੇ ਮਨ ਵਿੱਚ ਖਿਆਲ ਆਇਆ, ਵਿਚਾਰ ਆਇਆ, ਉਹਨੂੰ ਮੈਂ ਬਾਹਰ ਪ੍ਰਗਟ ਕੀਤਾ।
ਹੁਣ ਜੋ ਮੈਂ ਵਿਚਾਰ ਦੱਸਿਆ ਉਹਦੇ ਮੁਤਾਬਕ ਕੰਮ ਵੀ ਕਰਨਾ। ਕਰਮ ਦਾ ਅਰਥ ਹੈ ਕੰਮ। ਇਸ ਲਈ ਖਾਲਸੇ ਨੂੰ ਮਨ ਵਚ ਕਰਮ ਕਰਕੇ ਵਾਹਿਗੁਰੂ ਚੇਤਾ ਆਵੇ। ਇਹਦੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਇਹਦੀ ਰਸਨਾ ਤੇ ਵੀ ਵਾਹਿਗੁਰੂ ਹੋਵੇ, ਪਰ ਇਹਦੇ ਕਰਮਾਂ ਵਿੱਚ ਵੀ ਵਾਹਿਗੁਰੂ ਹੋਵੇ। ਇਹ ਰੱਬ ਨੂੰ ਯਾਦ ਰੱਖ ਕੇ ਆਪਣਾ ਜੀਵਨ ਜੀਵੇ। ਫਿਰ ਦੁਹਰਾ ਦਿਆਂ ਕਿ ਖਾਲਸੇ ਨੂੰ ਮਨ ਤੇ ਬਚਨ ਤੇ ਕਰਮ ਕਰਕੇ ਵਾਹਿਗੁਰੂ ਚੇਤਾ ਆਵੇ। ਤਾਂ ਇਹ ਲਫ਼ਜ਼ ਜਿਹੜਾ 3 ਵਾਰੀ ਵਰਤਿਆ ਗਿਆ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜੇ ਵਾਹਿਗੁਰੂ ਚਿਤ ਆਵੇਗਾ, ਉਹਦੇ ਵਾਹਿਗੁਰੂ ਚਿਤ ਆਉਣ ਦਾ ਸਦਕਾ ਸਰਬ ਸੁਖ ਹੋਵੇ, ਸਰਬ ਸੁਖ ਹੋਵੇਗਾ। ਭਾਵ ਖਾਲਸਾ ਕਿੰਨੇ ਵੀ ਦੁੱਖ ਦੇ ਸਮੇਂ ਵਿੱਚ ਹੈ ਤਾਂ ਵੀ ਅਕਾਲ ਪੁਰਖ ਦਾ ਭਾਣਾ ਸਮਝ ਕੇ ਉਹ ਸੁਖ ਪ੍ਰਤੀਤ ਕਰੇਗਾ। ਉਹ ਫਿਰ ਵੀ ਅਰਦਾਸ ਕਰੇਗਾ, ਪਾਤਸ਼ਾਹ ਤੇਰਾ ਭਾਣੇ ਦੇ ਵਿੱਚ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ। ਮੀਰ ਮੰਨੋ ਦੀ ਜੇਲ੍ਹ ਵਿੱਚ ਮਾਤਾਵਾਂ ਸਵਾ ਮਨ ਦਾ ਪੀਸਣ ਵਾਲੀਆਂ ਮਹਾਨ ਗੁਰਸਿੱਖ ਬੀਬੀਆਂ, ਜਿਨ੍ਹਾਂ ਦੇ ਬੱਚੇ ਵੀ ਨੇਜਿਆਂ ਤੇ ਟੰਗੇ ਗਏ, ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਵੀ ਪਾਏ ਗਏ, ਸਵਾ ਮਨ ਦਾ ਪੀਸਣ ਵੀ ਪਿਸਵਾਇਆ ਗਿਆ। ਪਰ ਸ਼ਾਮ ਦਾ ਸਮਾਂ ਹੋਇਆ, ਸੋਦਰ ਦੀ ਬਾਣੀ ਦਾ ਪਾਠ ਕੀਤਾ। ਅਰਦਾਸ ਦੇ ਲਫ਼ਜ਼ ਇਹੋ ਨੇ, ਅਕਾਲ ਪੁਰਖ ਪ੍ਰਮਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਦਿਨ 4 ਪਹਿਰ ਤੇਰੇ ਭਾਣੇ ਵਿੱਚ ਬੀਤ ਹੋਇਆ, ਰਹਿਣ ਆਈ ਹੈ ਭਾਣੇ ਵਿੱਚ ਬਤੀਤ ਹੋਵੇ। ਇਹ ਵਾਹਿਗੁਰੂ ਚਿੱਤ ਆਉਣ ਦਾ ਸਰਬ ਸੁਖ ਹੋਵੇ ਭਾਵ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਹਾਂ ਜਹਾਂ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦਾ ਸਿੱਖ ਬੈਠਾ, ਦੇਸ਼ ਵਿਦੇਸ਼ ਸਾਰਿਆਂ ਨੂੰ ਵਿੱਚ ਕੜਾਵੇ ਵਿੱਚ ਲਿਆ ਗਿਆ। ਜਿੱਥੇ ਵੀ ਅਰਦਾਸ ਕੀਤੀ ਜਾ ਰਹੀ ਹੈ ਸਾਰੇ ਖਾਲਸੇ ਦੀ ਅਰਦਾਸ ਹੈ, ਕਿਉਂਕਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੋ ਰਹੀ ਹੈ, ਕਿਸੇ ਇਕੱਲੇ ਮਨੁੱਖ ਦੀ ਨਹੀਂ। ਇਸ ਕਰਕੇ ਜਿੱਥੇ ਜਿੱਥੇ ਵੀ ਖਾਲਸਾ ਹੈ ਤਾਹਾਂ ਤਾਹਾਂ ਰਸਿਆ ਰਿਆਇਤ, ਤਾਹਾਂ ਤਾਹਾਂ ਉੱਥੇ ਉੱਥੇ ਖਾਲਸੇ ਦੀ ਰਸਿਆ ਰਿਆਇਤ ਦੀ ਜਾਚਨਾ ਕੀਤੀ ਗਈ। ਦੇਗ ਤੇਗ ਫਤਿਹ, ਜਿੱਥੇ ਵੀ ਖਾਲਸਾ ਵਿਚਰ ਰਿਹਾ ਦੇਗ ਤੇ ਤੇਗ ਉਹਦੀ ਫਤਿਹ ਹੋਣੀ ਚਾਹੀਦੀ ਹੈ। ਭਾਵ ਗੁਰੂ ਕਾ ਲੰਗਰ ਬੁਲੰਦ ਹੋਵੇ, ਪਰ ਤੇਗ ਤੋਂ ਭਾਵ ਹੈ ਕਿ ਕਿਸੇ ਮਜ਼ਲੂਮ ਦੀ ਰੱਖਿਆ ਵਾਸਤੇ ਤਿਆਰ ਬਰ ਤਿਆਰ ਹੱਕ ਦੀ ਆਵਾਜ਼ ਉਠਾਉਣ ਵਾਲਾ ਹੋਵੇ। ਇਹ ਦੇਗ ਤੇਗ ਫਤਿਹ ਦੇ ਸਿਧਾਂਤ ਦੇ ਵਿੱਚ ਜੀਵੇ। ਜਿੱਥੇ ਵੀ ਵਿਚਰ ਰਿਹਾ ਬਿਰਧ ਕੀ ਪੈਜ, ਆਪਣੇ ਬਿਰਧ ਦੀ ਪੈਜ, ਜਿੱਥੇ ਜਿੱਥੇ ਖਾਲਸਾ ਹੈ ਅਕਾਲ ਪੁਰਖ ਜੀਓ ਆਪਣੇ ਬਿਰਧ ਦੀ ਪੈਜ ਰੱਖਣਾ, ਕਿਉਂਕਿ ਖਾਲਸਾ ਅਕਾਲ ਪੁਰਖ ਦਾ। ਗੁਰੂ ਸਾਹਿਬ ਦੇ ਬਚਨ ਆਉਂਦੇ ਨੇ ਇਤਿਹਾਸਕ ਤੌਰ ਤੇ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਲਈ ਜੇ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ ਹੈ ਤੇ ਉਹ ਖਾਲਸੇ ਦੀ ਰੱਖਿਆ ਪਰਮਾਤਮਾ ਤੇਰੇ ਬਿਰਧ ਦੀ ਪੈਜ ਹੈ। ਪੰਥ ਕੀ ਜੀਤ, ਪੰਥ ਜਿੱਥੇ ਵੀ ਰਵੇ, ਸਿੱਖ ਜਿੱਥੇ ਵੀ ਹੋਵੇ, ਉਹ ਪੰਥ ਕੀ ਜੀਤ ਹੋਵੇ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਪੰਥ ਦਾ ਬੋਲਬਾਲਾ ਹੋਵੇ। ਸ੍ਰੀ ਸਾਹਿਬ ਜੀ ਸਹਾਇ, ਇਹ ਅਰਦਾਸ ਹੈ। ਸ੍ਰੀ ਸਾਹਿਬ ਅਰਥ ਹੈ ਮਾਲਕ, ਅਕਾਲ ਪੁਰਖ ਪ੍ਰਮਾਤਮਾ ਖਾਲਸੇ ਦੇ ਸਹਾਈ ਹੋਵੇ ਜਿੱਥੇ ਵੀ ਖਾਲਸਾ ਵਿਚਰ ਰਿਹਾ। ਖਾਲਸਾ ਜੀ ਕੇ ਬੋਲ ਬਾਲੇ, ਖਾਲਸਾ ਜੀ ਕੇ ਬੋਲ ਬਾਲੇ, ਬੋਲ ਦਾ ਭਾਵ ਹੋਂਦ ਤੇ ਬਾਲੇ ਦਾ ਭਾਵ ਸ਼ਕਤੀ। ਬੋਲ ਬਾਲਾ ਹੋਣਾ ਆਪਾਂ ਆਮ ਲਫ਼ਜ਼ਾਂ ਵਿੱਚ ਕਹਿ ਦਿੰਦੇ ਆ ਕਿ ਉੱਥੇ ਸਾਡਾ ਬੜਾ ਬੋਲ ਬਾਲਾ ਹੈ, ਬੜੀ ਗੱਲਬਾਤ ਹੈ। ਭਾਵ ਕਿ ਜਿੱਥੇ ਸਿੱਖ ਰਹਿੰਦਾ ਉੱਥੇ ਉਹਦੀ ਚੰਗੀ ਪਕੜ ਹੋਵੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ, ਲੋਕਾਂ ਦੇ ਵਿੱਚ ਸਮਾਜਿਕ ਤੌਰ ਤੇ ਉਹਦਾ ਬੋਲ ਬਾਲਾ ਹੋਵੇ। ਕੋਈ ਕਹਿ ਸਕੇ ਕਿ ਗੁਰੂ ਨਾਨਕ ਦਾ ਸਿੱਖ ਹੈ। ਇਹ ਗੁਰੂ ਨਾਨਕ ਦੀ ਸਿੱਖੀ ਇਹਦੇ ਜੀਵਨ ਵਿੱਚੋਂ ਝਲਕਦੀ ਹੈ। ਔਰ ਜਿੱਥੇ ਸਿੱਖ ਹੋਵੇ ਉੱਥੇ ਸਿੱਖ ਦੀ ਕਰਨੀ ਤੋਂ ਖਾਲਸੇ ਦੇ ਬੋਲ ਬਾਲੇ ਪ੍ਰਗਟ ਹੋਣੇ ਨੇ। ਇੱਥੇ ਅਰਦਾਸ ਦੇ ਵਿੱਚ ਇਹ ਜਾਚਨਾ ਹੈ ਕਿ ਜਿੱਥੇ ਵੀ ਖਾਲਸਾ ਹੈ ਉਹਦੇ ਜਿੱਥੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਹੋਣ, ਖਾਲਸੇ ਜੀ ਕੇ ਬੋਲ ਬਾਲੇ ਹੋਣ। ਬੋਲੋ ਜੀ ਵਾਹਿਗੁਰੂ। ਅੱਗੇ ਸਿੱਖਾਂ ਨੂੰ ਦਾਨਾਂ ਦਾ ਜ਼ਿਕਰ ਕੀਤਾ।
कि सिख अपने गुरु तो जिहड़े दान मंगदा है, इत्थे 7-8 तरह का दान मंगिया गया, 7 तरह का। सिखां नूं सिखी दान, केस दान, रहत दान, विवेक दान, विसा दान, भरोसा दान, दाना सिर दान, नाम दान। श्री अमृत जी दे अमृतसर जी दे इशनान, चौंकियां झंडे बुंगे जुगो जुग अटल, धर्म का जयकार बोलो जी वाहे गुरु। सिखां नूं सिखी दान, सिखी दान तो शुरू करके जिहड़ा आखिरी दान मंगिया गया भी दाना सिर दान, नाम दान। भाव सारिया दाना तो सिरमौर की है? नाम दान। सिखी दान तो विचार शुरू हुई इस अरदास का जिहड़ा 6वां बंद है, ਉਹਦਾ संखेप जिहा भाव है कि सिखां नूं सिखी दान, सिख नूं सिखी दा दान मिले। ਉਹਦੇ ਵਿੱਚ प्रथम गल केस दान, सिख दे कोल केस हो। रहत दान, सिख जिहड़ा गुरु दी दसी रहत वाला होवे, ये दान गुरु दे कोलों मंगिया जा रहा है कि अकाल पुरख परमात्मा जी, सतगुरु जी, ये दान सिख नूं बख्शो, ये सिख दा जीवन है। विवेक दान, विवेक कहते ने सियाणप नूं, विवेक चंगी अकल नूं, ये भी सिख नूं दान सतगुरु जी बख्शो। विसा दान, विश्वास वाला, गुरु ते विश्वास वाला दान। भरोसा दान, फिर भरोसा होना, एक हुंदा विश्वास, एक हुंदा भरोसा। इन्हां दोवां गल्लां दे विच थोड़ा जिहा अंतर है, भावें लगभग समअर्थक शब्द लगदे ने, पर इन्हां विच थोड़ा जिहा अंतर है। एक हुंदा भी विसा करना, विश्वास करना, एक हुंदा भी किसी गल दा फिक्र ही नहीं, दृढ़ भरोसा है भी कोई दूजी गल ही नहीं, भरोसा है। एक हुंदा भी मेरा विश्वास है भी आ गल ठीक हो सकती है, एक हुंदा मेरा भरोसा है पक्की गल 100% भी आ गल ठीक है। सो सतगुरु पातशाह दे गुरमत सिद्धांत नूं अपनाउण वास्ते जो अरदास विच दर्ज किया गया कि सिख दे कोल विश्वास वाला दान होवे, विसा दान होवे, भरोसा दान, दृढ़ भरोसा होवे, दाना सिर दान, नाम दान। दाना सिर दान का भाव सारियां तो सरमोर दान नाम दान। गुरु दे कोलों नाम दान मंगे गुरु का सिख, ये सिख दी अरदास दे लफ्ज ने गुरु कोलों मंगिया जा रहा है। श्री अमृतसर जी दे इशनान, फिर श्री अमृतसर जी दे इशनान मंगे गए कि गुरु का सिख जिहड़ा देश विदेश जिथे भी बैठा अमृत सरोवर नाल सुरत करके जुड़िया रहे। चौंकियां झंडे बुंगे, चौंकियां की ने? शब्द चौंकी अज भी शाम के समय श्री दरबार साहब गुरसिख जिहड़े ने चौंकी कढ़दे ने, परिक्रमा करके फिर दर्शनी ड्योढ़ी ते आके दरबार साहब के सरमुख चौंकी की समाप्ति होती है। चौंकी तो भाव भी शब्द प्रचार का जिहड़ा कारज है ना, वो सिख निरंतर करता रहे। दियां चौंकियां झंडे भाव निशान साहब, ਇਹਦਾ निशान झूलता रहे पंथ का। ते बुंगे जुगो जुग अटल, बुंगे जिहड़े दरबार साहब आपां जदों जाने देखते हैं, रामगढ़िया बुंगा, दूसरा बुंगा, ये उदों बुंगियां दे विच विद्या पढ़ाई जाती सी। ये विद्या के केंद्र होंदे सन। जिवें अज विद्यालय खुल गए ने, जो श्रोमणी कमेटी वालों भी कॉलेज स्कूल खोले गए ने, ये इन्हां बुंगियां दा ही विस्तार है, इन्हां बुंगियां दा ही विस्तार है ने। पहला बुंगियां विच विद्या पढ़ाई जाती सी। कवि संतोख सिंह वर्गे जिन्हां गुरप्रताप सूरज ग्रंथ लिखिया बुंगियां विचों पढ़े हुए ने, इसलिए तां अभिनंदन किया वाहिगुरु, तां ये सारा कुछ मंगिया जा रहा है। इहदा भाव है भी शब्द प्रचार ते झंडे भाव सिख का निशान झूलता रहे। और बुंगे जुगो जुग अटल, बुंगे जिहड़े धार्मिक विद्या जां होर भी जिहड़ी विद्या है ना,
ਉਹ ਵੀ ਅਟਲ ਰਵੇ, ਭਾਵ ਵਿਦਿਆ ਦੇ ਕੇਂਦਰਾਂ ਨੂੰ ਅਟਲ ਵਾਸਤੇ ਮੰਗਿਆ ਗਿਆ। ਧਰਮ ਕਾ ਜੈਕਾਰ, ਜਦੋਂ ਝੰਡੇ ਬੁੰਗੇ ਅਟਲ ਹੋਣਗੇ, ਧਰਮ ਦਾ ਜੈਕਾਰ ਹੋਵੇਗਾ ਤੇ ਸਾਰੀ ਵਿਚਾਰ ਦਾ ਧਿਆਨ ਹੈ ਬੋਲੋ ਜੀ ਵਾਹਿਗੁਰੂ। ਇਹ ਦਾਤ ਮੰਗੀ ਗਈ ਹੈ। ਸਵਾਓ ਇੰਨੇ ਸ਼ਬਦ ਪ੍ਰਵਾਨ ਕਰਨੇ। ਅਗਲਾ ਬੰਦ ਹੈ ਸੰਖੇਪ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਮਨ ਨੀਵਾ ਮੰਗਿਆ ਗਿਆ, ਸਿੱਖ ਦੇ ਕੋਲ ਨਿਮਰਤਾ ਹੋਵੇ, ਮਤ ਉੱਚੀ, ਮਤ ਇਹਦੀ ਉੱਚੀ ਹੋਵੇ, ਗੁਰੂ ਦੇ ਕੋਲੋਂ ਮੰਗ ਰਹੇ ਹਾਂ। ਮਤ ਦਾ ਰਾਖਾ ਆਪ ਵਾਹਿਗੁਰੂ, ਤੇ ਉਸ ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਜਿਹੜੀ ਗੁਰੂ ਦੇ ਦਰ ਤੋਂ ਮਨ ਨੀਵਾ ਕਰਕੇ ਮਤ ਲਈ ਹੈ, ਉਹ ਸਦਾ ਗੁਰੂ ਵੀ ਤੇ ਅਕਾਲ ਪੁਰਖ ਵਾਹਿਗੁਰੂ ਵੀ ਉਸ ਮਤ ਦਾ ਆਪ ਰਾਖਾ। ਸੋ ਅਗਲੇ ਜੋ ਬੰਦ ਨੇ ਅਰਦਾਸ ਦੇ, ਉਹ ਆਪਾਂ ਅਗਲੇ ਹਫ਼ਤੇ ਵਿਚਾਰ ਕਰਾਂਗੇ। ਗੁਰੂ ਪਾਤਸ਼ਾਹ ਮਿਹਰ ਕਰੇ। ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰਦਿਆਂ, ਅਰਦਾਸ ਦੀ ਵਿਚਾਰ ਕਰਦਿਆਂ, ਉਹ ਮਹਾਨ ਸਿਧਾਂਤ ਜਿਹੜਾ ਲਗਭਗ 4-5 ਮਿੰਟ ਵਿੱਚ ਆਪਾਂ ਸਾਰਾ ਦੁਹਰਾ ਲੈਨੇ ਅਰਦਾਸ ਕਰਦੇ ਆ, ਇਹ ਉਹਨਾਂ ਮਹਾਨ ਸ਼ਹੀਦਾਂ ਮਰੀਦਾਂ ਦਾ ਧਿਆਨ ਧਰਿਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ, ਸਾਨੂੰ ਵੀ ਗੁਰਸਿੱਖੀ ਜੀਵਨ ਦੀ ਪ੍ਰਾਪਤੀ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।